ਅਸਲ ਸੁਹਾਗ ਸੁਹਾਗ ਦੀ ਸੇਜ ਉੱਤੇ ਬੈਠੀ ਪ੍ਰੀਤ ਆਪਣੇ ਘਰਵਾਲੇ ਦਾ ਇੰਤਜ਼ਾਰ ਕਰ ਰਹੀ ਹੈ। ਰਾਤ ਕਾਫੀ ਬੀਤ ਚੁੱਕੀ ਹੈ। ਬਾਹਰ ਔਰਤਾਂ ਦੇ ਗੀਤ ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਨੇ। ਗਿੱਧਾ ਵੀ ਪੈ ਰਿਹਾ ਲੱਗਦਾ ਹੈ। ਕਿਤੇ ਕਿਤੇ ਥੋੜ੍ਹੀ ਦੇਰ ਬਾਅਦ ਕਿਸੇ ਸ਼ਰਾਬੀ ਦਾ ਲਲਕਾਰਾ ਵੀ ਸੁਣ ਜਾਂਦਾ ਹੈ। ਗਲੀ ਵਿੱਚ ਲੱਗੀਆਂ ਲਾਈਟਾਂ ਦੀ ਰੌਸ਼ਨੀ ਉਹਦੇ ਕਮਰੇ ਤੱਕ ਆ ਰਹੀ ਹੈ। ਡੋਲੀ ਆਈ। ਕਾਫੀ ਸਮਾਂ ਲੰਘ ਗਿਆ। ਸੁਹਾਗ ਜੋੜੇ ਵਿੱਚ ਤਿਆਰ ਸ਼ਿਆਰ ਬੈਠੀ ਨੂੰ ਇੰਤਜ਼ਾਰ ਹੈ ਤਾਂ ਆਪਣੇ ਪਤੀ ਦਾ। ਚਾਅ ਵੀ ਹੈ ਵਿਆਹ ਦਾ, ਪਰ ਫਿਰ ਵੀ ਡਰ ਨਾਲ ਦੁਬਕ ਕੇ ਬੈਠੀ ਹੈ। ਵਿੱਚੋਂ ਵਿੱਚੋਂ ਇੱਧਰ ਉੱਧਰ ਨਿਗਾਹ ਵੀ ਮਾਰ ਲੈਂਦੀ ਹੈ। ਪੂਰਾ ਕਮਰਾ ਸਜਾਇਆ ਹੋਇਆ ਹੈ। ਗੇਂਦੇ ਦੇ ਫੁੱਲਾਂ ਦੀ ਖੁਸ਼ਬੂ ਉਸਨੂੰ ਚੰਗੀ ਲੱਗ ਰਹੀ ਹੈ, ਪਰ ਡਰ ਵੀ ਲੱਗ ਰਿਹਾ ਹੈ। ਪਤਾ ਨਹੀਂ ਕਿਹੋ ਜਿਹਾ ਨਿਕਲੇਗਾ। ਉਸਦੇ ਸੁਪਨਿਆਂ ਦਾ ਰਾਜਕੁਮਾਰ। ਬਚਪਨ ਤੋਂ ਹੀ ਦਾਦੀ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਕਿ ਇੱਕ ਦਿਨ ਸੁਪਨਿਆਂ ਦਾ ਰਾਜਕੁਮਾਰ ਘੋੜੇ 'ਤੇ ਸਵਾਰ ਹੋ ਕੇ ਆਵੇਗਾ ਤੇ ਉਸਨੂੰ ਦੂਰ ਪਰੀਆਂ ਦੇ ਦੇਸ਼ ਵਿਆਹ ਕੇ ਲੈ ਜਾਵੇਗਾ। ਵਿਚਾਰੀ ਦੇ ਮਾਂ-ਬਾਪ ਤਾਂ ਬਚਪਨ ਵਿੱਚ ਹੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਦਾਦੀ ਨੇ ਬੜੇ ਚਾਵਾਂ ਨਾਲ ਪਾਲਣ ਪੋਸ਼ਣ ਕੀਤਾ ਤੇ ਦਾਦੀ ਦੇ ਜਾਣ ਪਿੱਛੋਂ ਨਾਨਕੇ ਰਹਿਣ ਲੱਗ ਗਈ ਸੀ ਪ੍ਰੀਤ। ਤੇ ਹੁਣ ਮਾਮਿਆਂ ਨੇ ਵਿਆਹ ਕੀਤਾ ਸੀ। ਉਸਦਾ ਸੋਚਦੇ ਸੋਚਦੇ ਮਾਮਿਆਂ ਦੇ ਘਰ ਨਾਨਕੇ ਪਿੰਡ ਪਹੁੰਚ ਜਾਂਦੀ ਹੈ। ਇੰਨਾ ਪਿਆਰ ਤਾਂ ਮਾਵਾਂ ਵੀ ਨਹੀਂ ਕਰਦੀਆਂ ਹੋਣੀਆਂ ਜਿੰਨਾ ਮਾਮੀਆਂ ਨੇ ਕੀਤਾ। ਆਪਣੀ ਧੀ ਬਣਾ ਕੇ ਰੱਖਿਆ। ਨਾਨੀ ਤੋਂ ਬਗੈਰ ਨਾਨਕੇ ਨਹੀਂ ਹੁੰਦੇ, ਇਹ ਗੱਲ ਵੀ ਝੂਠੀ ਕਰ ਛੱਡੀ ਸੀ। ਮਾਮਿਆਂ ਦੇ ਪਿਆਰ ਨੇ ਕਾਲਜ ਤੱਕ ਪੜ੍ਹਾਇਆ ਵੀ ਤੇ ਪ੍ਰੀਤ ਨੇ ਵੀ ਆਪਣੀ ਜ਼ਿੰਮੇਵਾਰੀ ਸਮਝੀ। ਕਦੇ ਕਿਸੇ ਮੁੰਡੇ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖਿਆ। ਮਾਮਿਆਂ ਦੀ ਪੱਗ ਦਾ ਖਿਆਲ ਸਦਾ ਉਹਦੇ ਦਿਲ ਵਿੱਚ ਰਿਹਾ। ਮਾਮਿਆਂ ਦੇ ਬੱਚਿਆਂ ਨੂੰ ਵੀ ਛੋਟੇ ਭਰਾਵਾਂ ਵਾਂਗ ਸਮਝਦੀ। ਕਾਲਜ ਤੋਂ ਵਾਪਸ ਆ ਕੇ ਮਾਮੀ ਨਾਲ ਸਾਰਾ ਕੰਮ ਕਰਵਾਉਂਦੀ। ਉਹਨਾਂ ਦੇ ਬੱਚਿਆਂ ਨੂੰ ਵੀ ਪੜ੍ਹਾਉਂਦੀ। ਸਭ ਦੇ ਦਿਲਾਂ 'ਤੇ ਰਾਜ ਕਰਦੀ। ਕਦੋਂ ਜਵਾਨ ਹੋ ਗਈ ਪਤਾ ਨਹੀਂ ਚੱਲਿਆ। ਵੈਸੇ ਵੀ ਧੀਆਂ ਅਤੇ ਧਰੇਕਾਂ ਦੇ ਵੱਡੇ ਹੁੰਦਿਆਂ ਦਾ ਕੀ ਸਮਾਂ ਲੱਗਦਾ ਹੈ। ਐਨੇ ਨੂੰ ਬਾਹਰ ਖੜਕਾ ਹੋਇਆ। ਉਹ ਇੱਕਦਮ ਦੁਬਕ ਗਈ। ਭਾਵੇਂ ਚਾਅ ਵੀ ਸੀ ਉਸਨੂੰ ਆਪਣੇ ਵਿਆਹ ਦਾ, ਪਰ ਡਰ ਵੀ ਲੱਗ ਰਿਹਾ ਸੀ। ਇੱਕ ਮਰਦ ਉਸਨੂੰ ਛੂਹ ਲਵੇਗਾ, ਇਹ ਸੋਚ ਕੇ ਉਹ ਡਰ ਜਾਂਦੀ ਸੀ। ਕਾਲਜ ਵਿੱਚ ਉਸਦੇ ਨਾਲ ਪੜ੍ਹਦੇ ਰਵੀ ਨੇ ਇੱਕ ਵਾਰ ਮਜ਼ਾਕ ਵਿੱਚ ਉਸਦਾ ਹੱਥ ਫੜ ਲਿਆ ਸੀ। ਉਸਦੇ ਸਾਰੇ ਸਰੀਰ ਵਿੱਚ ਬਿਜਲੀਆਂ ਲੰਘ ਗਈਆਂ ਸਨ। ਸਾਰਾ ਸਰੀਰ ਕੰਬਣ ਲੱਗ ਪਿਆ ਸੀ। ਪਸੀਨੇ ਨਾਲ ਉਸਦਾ ਬੁਰਾ ਹਾਲ ਸੀ। ਰਵੀ ਵੀ ਉਸਨੂੰ ਵੇਖ ਕੇ ਡਰ ਗਿਆ ਸੀ। ਪ੍ਰੀਤ ਤਾਂ ਬੇਹੋਸ਼ ਹੋ ਗਈ ਸੀ। ਉਸਦੀ ਹਾਲਤ ਮੁਰਦਿਆਂ ਵਰਗੀ ਹੋ ਗਈ ਸੀ। ਹੁਣ ਪਤਾ ਨਹੀਂ ਕੀ ਹੋਵੇਗੀ। ਤੇ ਹੁਣ ਇਹ ਸੋਚ ਉਹ ਡਰ ਰਹੀ ਸੀ। ਇੱਕ ਦਿਨ ਗੁਆਂਢ ਵਿੱਚ ਰਹਿੰਦੀ ਭਾਬੀ ਤੋਂ ਵੀ ਉਸਨੇ ਵਿਆਹ ਤੇ ਖਾਸ ਕਰਕੇ ਸੁਹਾਗਰਾਤ ਦੇ ਬਾਰੇ ਵਿੱਚ ਪੁੱਛਿਆ ਤਾਂ ਭਾਬੀ ਅੱਗੋਂ ਹੱਸ ਪਈ ਸੀ। ਕਿੰਨਾ ਚਾਅ ਚੜ੍ਹਿਆ ਹੈ ਮੇਰੀ ਲਾਡਲੀ ਨਨਾਣ ਨੂੰ ਸੁਹਾਗਰਾਤ ਦਾ। ਮਨ ਵਿੱਚ ਲੱਡੂ ਫੁੱਟੀ ਜਾਂਦੇ ਨੇ। ਇਹ ਸੁਣ ਕੇ ਉਹ ਸ਼ਰਮ ਨਾਲ ਟਮਾਟਰ ਵਾਂਗ ਲਾਲ ਹੋ ਗਈ ਸੀ। ਫਿਰ ਭਾਬੀ ਨੇ ਹੱਸਦੇ ਹੱਸਦੇ ਸਾਰਾ ਕੁਝ ਦੱਸ ਦਿੱਤਾ ਸੀ। ਇਹ ਸੁਣਦਿਆਂ ਹੀ ਉਸਦਾ ਡਰ ਹੋਰ ਵੱਧਦਾ ਜਾ ਰਿਹਾ ਸੀ। ਕਿਸੇ ਨੂੰ ਆਪਣਾ ਸਾਰਾ ਕੁਝ ਸੌਂਪ ਦੇਣਾ ਕਿੰਨਾ ਔਖਾ ਲੱਗ ਰਿਹਾ ਸੀ। ਪਰ ਭਾਬੀ, ਤੁਹਾਡੀ ਗੱਲ ਤਾਂ ਠੀਕ ਹੈ, ਪਰ ਇਸ ਸਭ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇਗੀ? ਪ੍ਰੀਤ ਨੇ ਡਰਦੀ ਨੇ ਪੁੱਛਿਆ। ਘਬਰਾ ਨਾ ਭੋਲੀਏ, ਬੇਗਾਨੇ ਪੁੱਤ ਆਪੇ ਹੀ ਸਾਰਾ ਕੁਝ ਕਰ ਲੈਣਗੇ। ਪਰ ਤੂੰ ਡਰੀ ਨਾ ਜਾਈਂ, ਬਸ ਉਸਦਾ ਸਾਥ ਦਿੰਦੀ ਰਹੀ। ਥੋੜ੍ਹਾ ਜਿਹਾ ਔਖਾ ਲੱਗਦਾ ਹੈ, ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ। ਔਖਾ ਲੱਗਦਾ ਹੈ, ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ। ਇਹ ਸ਼ਬਦਾਂ ਦੀ ਸਮਝ ਭਾਵੇਂ ਉਸਨੂੰ ਨਹੀਂ ਸੀ ਆਈ, ਪਰ ਫਿਰ ਵੀ ਹੋਰ ਸਵਾਲ ਪੁੱਛਣਾ ਉਸਨੇ ਠੀਕ ਨਾ ਸਮਝਿਆ। ਭਾਬੀ ਨੇ ਐਵੇਂ ਮਖੌਲ ਹੀ ਉਡਾਉਣਾ ਹੈ। ਜੋ ਹੋਵੇਗਾ ਵੇਖੀ ਜਾਵੇਗੀ। ਐਨੇ ਨੂੰ ਦਰਵਾਜ਼ੇ 'ਤੇ ਖੜਕਾ ਹੁੰਦਾ ਹੈ। ਉਹ ਇਕੱਠੀ ਜਿਹੀ ਹੋ ਜਾਂਦੀ ਹੈ ਅਤੇ ਆਪਣਾ ਘੁੰਡ ਹੋਰ ਥੱਲੇ ਕਰ ਲੈਂਦੀ ਹੈ। ਉਸਦੇ ਸੁਪਨਿਆਂ ਦਾ ਰਾਜਕੁਮਾਰ, ਉਸਦਾ ਸਭ ਕੁਝ ਉਸਦੇ ਕੋਲ ਆ ਰਿਹਾ ਹੈ। ਉਹ ਨਿਗਾਹ ਝੁਕਾ ਕੇ ਬੈਠੀ ਹੈ। ਉਸਨੂੰ ਲੱਗਦਾ ਹੈ ਕਿ ਉਸਦਾ ਮਨਜੀਤ ਹੌਲੀ ਜਿਹੀ ਦਰਵਾਜ਼ਾ ਭੇੜੇਗਾ, ਫਿਰ ਕੁੰਡੀ ਲਗਾਵੇਗਾ ਅਤੇ ਫਿਰ ਉਸਦੇ ਕੋਲ ਆ ਕੇ ਬੈਠੇਗਾ। ਫਿਰ ਘੁੰਡ ਚੁੱਕੇਗਾ ਤੇ ਫਿਰ ਉਹ ਹੋਰ ਇਕੱਠੀ ਜਿਹੀ ਹੋ ਜਾਂਦੀ ਹੈ। ਪਰ ਕਿਸੇ ਵੀ ਦਰਵਾਜ਼ੇ ਜਾਂ ਚੁਟਕਣੀ ਦੇ ਬੰਦ ਦੀ ਆਵਾਜ਼ ਨਹੀਂ ਆਈ। ਉਹ ਇੰਤਜ਼ਾਰ ਕਰ ਰਹੀ ਹੈ ਤੇ ਥੋੜ੍ਹੀ ਦੇਰ ਬਾਅਦ ਆਵਾਜ਼ ਆਉਂਦੀ ਹੈ।
ਉਹਦੇ ਸੁਪਨਿਆਂ ਦੇ ਰਾਜਕੁਮਾਰ ਦੀ ਕਿਸੇ ਚੀਜ਼ ਵਿੱਚ ਵੱਜ ਕੇ ਡਿੱਗਣ ਦੀ ਤੇ ਉਹਦੇ ਮੂੰਹੋਂ ਹਾਏ ਹਾਏ ਕੁਰਲਾਉਣ ਦੀ। ਪ੍ਰੀਤ ਇੱਕਦਮ ਉੱਠ ਕੇ ਖੜੀ ਹੋ ਗਈ, ਘੁੰਡ ਪਰਾਂ ਕੀਤਾ ਤੇ ਦੇਖਿਆ ਉਹਦਾ ਰਾਜਕੁਮਾਰ ਮਨਜੀਤ ਹੇਠਾਂ ਡਿੱਗਿਆ ਪਿਆ ਹੈ। ਉਹ ਭੱਜ ਕੇ ਉਸ ਕੋਲ ਜਾਂਦੀ ਹੈ, ਉਸਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼ਰਾਬ ਦੀ ਹਵਾੜ ਸਾਰੇ ਕਮਰੇ ਵਿੱਚ ਫੈਲ ਰਹੀ ਹੈ। ਫੁੱਲਾਂ ਦੀ ਮਹਿਕ ਤੋਂ ਵੀ ਇਹ ਹਵਾੜ ਜ਼ਿਆਦਾ ਹੈ। ਉਸਦੀ ਉਲਟੀ ਨਿਕਲਣ ਵਾਲੀ ਸੀ। ਬੜੀ ਔਖੀ ਆਪਣੇ ਆਪ ਨੂੰ ਸੰਭਾਲਿਆ। ਫਿਰ ਉਸਨੇ ਵੇਖਿਆ ਕਿ ਉਂਝ ਤਾਂ ਠੀਕ ਹੈ ਮਨਜੀਤ, ਸ਼ਾਇਦ ਸ਼ਰਾਬ ਦੇ ਨਸ਼ੇ ਕਰਕੇ ਉਹਦਾ ਪੈਰ ਅਟਕ ਕੇ ਡਿੱਗ ਪਿਆ ਹੋਵੇ। ਨਸ਼ੇ ਕਰਕੇ ਉਸਨੂੰ ਸਹਾਰਾ ਦੇ ਕੇ ਬਿਸਤਰ ਉੱਤੇ ਬਿਠਾ ਦਿੱਤਾ ਤੇ ਜਾ ਕੇ ਚੁਟਕਣੀ ਬੰਦ ਕਰ ਆਉਂਦੀ ਹੈ। ਉਹ ਨਹੀਂ ਚਾਹੁੰਦੀ ਕਿ ਬਾਹਰ ਕਿਸੇ ਨੂੰ ਪਤਾ ਲੱਗੇ ਉਹਦੇ ਡਿੱਗ ਪੈਣ ਦਾ, ਐਵੇਂ ਰੌਲਾ ਪੈ ਜਾਵੇ, ਤਮਾਸ਼ਾ ਨਾ ਬਣ ਜਾਵੇ ਉਹਦੇ ਮਹਿਬੂਬ ਦਾ। ਇਹ ਸੋਚ ਕੇ ਉਹ ਚੁੱਪ ਵੱਟ ਜਾਂਦੀ ਹੈ। ਮਨਜੀਤ ਨੂੰ ਤਾਂ ਜਿਵੇਂ ਹੋਸ਼ ਹੀ ਨਹੀਂ। ਪ੍ਰੀਤ ਉਸਦੀ ਜੁੱਤੀ ਉਤਾਰ ਕੇ ਉਸਨੂੰ ਲਟਾ ਦਿੱਤਾ ਤੇ ਆਪ ਵੀ ਨਾਲ ਹੀ ਲੇਟ ਜਾਂਦੀ ਹੈ। ਬੱਤੀ ਹਾਲੇ ਵੀ ਜਗ ਰਹੀ ਹੈ। ਉਹਦੀ ਨਿਗਾਹ ਜੱਗ ਵਿੱਚ ਪਏ ਦੁੱਧ ਤੇ ਜਾਂਦੀ ਹੈ। ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਨੇ। ਕਿੰਨੇ ਚਾਅ ਸਨ ਉਸਦੇ, ਕਿੰਨੀਆਂ ਸੱਧਰਾਂ ਹੁੰਦੀਆਂ ਹੀ ਨੇ ਕੁੜੀਆਂ ਦੀਆਂ ਆਪਣੇ ਮਹਿਬੂਬ ਨੂੰ ਲੈ ਕੇ, ਆਪਣੇ ਜੀਵਨ ਸਾਥੀ ਨੂੰ ਲੈ ਕੇ। ਸਭ ਮਿੱਟੀ ਵਿੱਚ ਮਿਲ ਗਈਆਂ ਜਾਪਦੀਆਂ ਸਨ। ਨਵੀਂ ਜ਼ਿੰਦਗੀ ਦੇ ਆਗਾਜ਼ ਦੀ ਬਹੁਣੀ ਵੀ ਚੰਗੀ ਨਹੀਂ ਸੀ ਹੋਈ। ਸੁਪਨੇ ਟੁੱਟ ਗਏ ਜਾਪਦੇ ਸਨ। ਸ਼ਰਾਬੀਆਂ ਬਾਰੇ ਸੁਣਿਆ ਤਾਂ ਸੀ, ਅੱਜ ਵੇਖ ਵੀ ਲਿਆ, ਪਰ ਉਮੀਦ ਸੀ ਕਿ ਅਗਲੀ ਸਵੇਰ ਉਹਦੇ ਲਈ ਕੋਈ ਸੁੱਖ ਸੁਨੇਹਾ ਲੈ ਕੇ ਆਵੇਗੀ। ਉਹਦੇ ਆਪਣੇ ਮਨਜੀਤ ਵੱਲ ਤੱਕਿਆ। ਉਹ ਨਸ਼ੇ ਵਿੱਚ ਬੇਹੋਸ਼ ਪਿਆ ਸੀ ਤੇ ਬੁੜ-ਬੁੜ ਕਰ ਰਿਹਾ ਸੀ ਤੇ ਉਹਦੀ ਬੁੜ-ਬੁੜ ਵਿੱਚ ਜੋ ਕੁਝ ਉਸਨੇ ਸੁਣਿਆ, ਪ੍ਰੀਤ ਦੇ ਹੋਸ਼ ਹੀ ਉੱਡ ਗਏ ਤੇ ਸਾਰੀ ਰਾਤ ਜਾਗਦਿਆਂ ਹੀ ਕੱਟ ਲਈ। ਅੱਖਾਂ ਵਿੱਚ ਸਾਰੀ ਰਾਤ ਲੰਘ ਗਈ। ਸਵੇਰ ਤੱਕ ਪ੍ਰੀਤ ਦਾ ਸਿਰਹਾਣਾ ਹੰਝੂਆਂ ਨਾਲ ਭਿੱਜਿਆ ਪਿਆ ਸੀ। ਸਾਰੇ ਸੁਪਨੇ ਉਸਦੇ ਸੁਪਨਿਆਂ ਦੇ ਰਾਜਕੁਮਾਰ ਨੇ ਚਕਨਾਚੂਰ ਕਰ ਦਿੱਤੇ ਸਨ ਤੇ ਸਾਰੀ ਰਾਤ ਉਹ ਬੁੜਬੁੜਾਉਂਦਾ ਰਿਹਾ। ਪ੍ਰੀਤ ਨੂੰ ਜ਼ਿਆਦਾ ਸਮਝ ਤਾਂ ਨਹੀਂ ਸੀ ਲੱਗੀ ਰਹੀ, ਪਰ ਇਹ ਸ਼ਬਦ ਜ਼ਰੂਰ ਉਹਦੇ ਕੰਨਾਂ ਵਿੱਚ ਪਏ ਸਨ। ਮੈਂ ਤੇਰੇ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ, ਤੂੰ ਚਲੀ ਜਾ ਇੱਥੋਂ। ਮੇਰਾ ਤਾਂ ਵਿਆਹ ਹੀ ਧੱਕੇ ਨਾਲ ਹੋਇਆ ਹੈ ਤੇ ਹੋਰ ਪਤਾ ਨਹੀਂ ਕੀ। ਉਹਦੇ ਸ਼ਬਦ ਅੰਗਿਆਰੇ ਬਣ ਕੇ ਉਹਦੇ ਕੰਨਾਂ ਵਿੱਚ ਪੈ ਰਹੇ ਸਨ। ਇੱਕ ਵਾਰ ਤਾਂ ਮਨ ਕੀਤਾ ਕਿ ਰੌਲਾ ਪਾ ਦੇਵੇ, ਇਹ ਉਹਦੇ ਨਾਲ ਕਈ ਹੋ ਰਿਹਾ ਹੈ, ਚੀਕ ਕੇ ਸਭ ਨੂੰ ਇਕੱਠਾ ਕਰ ਲਵੇ। ਪਰ ਵਿਚਾਰੀ ਕੀ ਕਰਦੀ। ਹੁਣੇ ਆਪਾਂ ਬਣਿਆ ਬੇਗਾਨਾ ਘਰ, ਉੱਪਰੋਂ ਇਕੱਲੀ, ਨਾਲੇ ਬੇਸੁੱਧ ਪਿਆ ਉਸਦਾ ਰਾਜਕੁਮਾਰ। ਉਸਨੇ ਰੌਲਾ ਪਾਉਣਾ ਠੀਕ ਨਾ ਸਮਝਿਆ। ਸਾਰੀ ਰਾਤ ਡੁਸਕਦੀ ਰਹੀ ਤੇ ਸਵੇਰੇ ਪਤਾ ਨਹੀਂ ਕਦੋਂ ਉਹਦੀ ਅੱਖ ਲੱਗ ਗਈ। ਉਹਨੂੰ ਵੀ ਪਤਾ ਨਾ ਲੱਗਿਆ। ਥੋੜ੍ਹੀ ਦੇਰ ਬਾਅਦ ਜਦੋਂ ਉਹਦੀ ਸੱਸ ਨੇ ਦਰਵਾਜ਼ਾ ਖੜਕਾਇਆ ਤਾਂ ਉਸਦੀ ਨੀਂਦ ਟੁੱਟੀ। ਸਿਰ ਬਹੁਤ ਭਾਰਾ ਹੋ ਗਿਆ ਸੀ। ਅੱਖਾਂ ਪੂਰੀ ਤਰ੍ਹਾਂ ਲਾਲ ਸਨ। ਦਿਨ ਪੂਰੀ ਤਰ੍ਹਾਂ ਚੜ੍ਹਿਆ ਪਿਆ ਸੀ। ਸੂਰਜ ਦੀ ਰੌਸ਼ਨੀ ਨਾਲ ਕਮਰਾ ਭਰ ਗਿਆ ਸੀ। ਉਸਨੇ ਆਸੇ-ਪਾਸੇ ਦੇਖਿਆ ਤਾਂ ਉਹਦਾ ਘਰਵਾਲਾ ਉੱਥੇ ਨਹੀਂ ਸੀ। ਇਹ ਉੱਠ ਕੇ ਕਦੋਂ ਚਲਾ ਗਿਆ ਉਸਨੂੰ ਪਤਾ ਵੀ ਨਹੀਂ ਚੱਲਿਆ। ਇਸਨੂੰ ਘੱਟੋ ਘੱਟ ਮੇਰੇ ਬਾਰੇ ਤਾਂ ਸੋਚਣਾ ਚਾਹੀਦਾ ਸੀ। ਮੇਰੀਆਂ ਸੱਧਰਾਂ ਇਛਾਵਾਂ ਦਾ ਕਤਲ ਹੋ ਗਿਆ ਸੀ ਤੇ ਕਾਤਿਲ ਵੀ ਉਹੀ ਸੀ। ਸ਼ਰਾਬ ਪੀ ਕੇ ਆਏ ਨੂੰ ਮੈਂ ਸੰਭਾਲਦੀ ਰਹੀ ਤੇ ਹੁਣ ਉਹ ਉੱਠ ਕੇ ਚਲਾ ਗਿਆ। ਮੈਨੂੰ ਜਗਾਉਣਾ ਵੀ ਠੀਕ ਨਾ ਸਮਝਿਆ, ਪਰ ਨਹੀਂ, ਕਿੱਥੇ ਫਸ ਗਈ ਮੈਂ। ਇਹ ਸੋਚ ਕੇ ਉਸਦੇ ਸੀਨੇ ਹੌਲ ਪੈ ਰਹੇ ਸਨ। ਇੰਨੇ ਨੂੰ ਉਹਦੀ ਨਨਾਣ ਕਮਰੇ ਵਿੱਚ ਆ ਗਈ। ਹਾਂ ਫਿਰ ਭਾਬੋ ਰਾਣੀਏ, ਕਿਵੇਂ ਲੰਘੀ ਰਾਤ? ਚੰਗੀ ਹੀ ਲੰਘੀ ਹੋਣੀ ਐ। ਲੱਗਦਾ ਹੈ ਸਾਰੀ ਰਾਤ ਨਹੀਂ ਸੁੱਤੀ। ਸੌਣਾ ਵੀ ਕਿਉਂ ਸੀ, ਸੁੱਖ ਨਾਲ ਸ਼ਗਨਾਂ ਦੀ ਰਾਤ ਸੀ। ਇੱਕ ਹੋਰ ਗੱਲ ਦੱਸ ਭਾਬੀਏ, ਉਸਨੇ ਮੁਸਕਾਉਂਦਿਆਂ ਕਿਹਾ। ਪ੍ਰੀਤ ਨੇ ਚਿਹਰਾ ਉੱਪਰ ਕਰ ਲਿਆ ਤੇ ਸਵਾਲ ਦਾ ਇੰਤਜ਼ਾਰ ਕਰਨ ਲੱਗੀ। ਬਾਹਲਾ ਤੰਗ ਤਾਂ ਨਹੀਂ ਕੀਤਾ ਮੇਰੇ ਵੀਰ ਨੇ? ਪ੍ਰੀਤ ਨੇ ਅੱਖਾਂ ਹੇਠਾਂ ਕਰ ਲਈਆਂ। ਕੀ ਦੱਸਦੀ ਵਿਚਾਰੀ। ਮਨ ਤਾਂ ਕਰ ਰਿਹਾ ਸੀ ਕਿ ਸਾਰੀ ਕਹਾਣੀ ਉਸਨੂੰ ਦੱਸ ਦੇਵੇ ਤੇ ਉੱਚੀ ਉਹਦੇ ਗਲ ਲੱਗ ਕੇ ਰੋਣ ਲੱਗ ਪਵੇ, ਪਰ ਪਤਾ ਨਹੀਂ ਕਿਉਂ ਚੁੱਪ ਕਰ ਗਈ। ਸ਼ਾਇਦ ਮਾਮੇ ਦਾ ਖਿਆਲ ਆ ਗਿਆ। ਜੇਕਰ ਕੋਈ 19-21 ਗੱਲ ਹੋ ਗਈ ਤਾਂ ਵਿਚਾਰੀ ਕਿੱਥੇ ਜਾਵੇਗੀ। ਬਿਨ ਮਾਂ ਬਾਪ ਦੀ ਬੱਚੀ ਨੂੰ ਮਾਮੇ ਨੇ ਇੰਨਾ ਪਿਆਰ ਦਿੱਤਾ। ਉਂਝ ਨਨਾਣ ਵੀ ਸੁਭਾਅ ਦੀ ਠੀਕ ਲੱਗ ਰਹੀ ਸੀ, ਇਸ ਲਈ ਉਸਨੇ ਕੁਝ ਵੀ ਕਹਿਣਾ ਠੀਕ ਨਾ ਸਮਝਿਆ। ਨਾਲੇ ਜੇਕਰ ਨਨਾਣ ਨੂੰ ਦੱਸਦੀ ਤਾਂ ਦੱਸਦੀ ਵੀ ਕੀ? ਗੁੱਸਾ ਤਾਂ ਆਪਣੇ ਘਰਵਾਲੇ 'ਤੇ ਆ ਰਿਹਾ ਸੀ। ਉਸਨੇ ਅਜਿਹਾ ਕਿਉਂ ਕੀਤਾ? ਚੱਲ ਫਿਰ ਭਾਬੋ ਰਾਣੀਏ, ਬੀਬੀ ਕਹਿੰਦੀ ਹੈ ਵੀ ਜਲਦੀ ਤਿਆਰ ਹੋ ਜਾ, ਫਿਰ ਤੂੰ ਆਪਣੇ ਪੇਕੇ ਫੇਰਾ ਪਾਉਣ ਵੀ ਜਾਣਾ ਹੈ। ਸ਼ਾਮ ਨੂੰ ਅਸੀਂ
ਫਿਰ ਲੈਣ ਵੀ ਆਵਾਂਗੇ। ਤੇਰੇ ਮਾਮੇ ਦਾ ਫੋਨ ਵੀ ਆਇਆ ਸੀ, ਉਹ ਘਰੋਂ ਨਿਕਲਣ ਹੀ ਵਾਲੇ ਹਨ। ਜਿੰਨੀ ਜਲਦੀ ਜਾਵੇਂਗੀ ਉਨੀ ਜਲਦੀ ਵਾਪਸ ਵੀ ਤਾਂ ਆਉਣਾ ਹੈ। ਤੈਨੂੰ ਵੀ ਤਾਂ ਕਾਹਲੀ ਹੋਣੀ ਹੈ ਜਾ ਕੇ ਵਾਪਸ ਆਉਣ ਦੀ। ਇਹ ਆਖ ਕੇ ਉਹ ਬਾਹਰ ਵੱਲ ਨੂੰ ਤੁਰ ਪਈ। ਪ੍ਰੀਤ ਉੱਠ ਕੇ ਤਿਆਰ ਹੋਣ ਲੱਗੀ। ਇੰਨੀ ਦੇਰ ਨੂੰ ਉਸਦੀ ਸੱਸ ਨੇ ਬ੍ਰੇਕਫਾਸਟ ਤਿਆਰ ਕਰ ਦਿੱਤਾ। ਤਿਆਰ ਹੋ ਕੇ ਉਹ ਬਾਹਰ ਆਈ। ਸਰੀਰ ਪੂਰੀ ਤਰ੍ਹਾਂ ਦੁਖ ਰਿਹਾ ਸੀ। ਮਨ ਕਰ ਰਿਹਾ ਸੀ ਕਿ ਸਾਰਾ ਕੁਝ ਆਪਣੀ ਸੱਸ ਨੂੰ ਦੱਸ ਦੇਵੇ। ਦੱਸੇ ਵੀ ਕੀ ਤੇ ਕਿਵੇਂ? ਸ਼ਿਕਾਇਤ ਲਾ ਦੇਵੇ। ਸ਼ਰਾਬੀ ਘਰਵਾਲਾ ਜੋ ਪੱਲੇ ਪੈ ਗਿਆ ਸੀ। ਉਸਦੇ ਸੁਪਨਿਆਂ ਦਾ ਰਾਜਕੁਮਾਰ ਸ਼ਰਾਬੀ। ਪਰ ਜਦੋਂ ਹੀ ਸੱਸ ਸਾਹਮਣੇ ਆਈ ਉਸਨੇ ਝੁਕ ਕੇ ਪੈਰੀਂ ਹੱਥ ਲਾਇਆ ਤਾਂ ਸੱਸ ਨੇ ਮੁਸਕਰਾਉਂਦੇ ਹੋਏ ਕਿਹਾ, ਉੱਠ ਗਈ ਪਿਆਰੀ ਧੀ, ਜਿਉਂਦੀ ਰਹਿ, ਜਵਾਨੀਆਂ ਮਾਣ, ਦੁੱਧੋ ਪੁੱਤੀ ਫਲੇ। ਹੋਰ ਪੁੱਤਰ, ਠੀਕ ਰਿਹਾ ਸਭ ਕੁਝ? ਮੈਨੂੰ ਪਤਾ ਹੈ ਕੁਝ ਵੀ ਠੀਕ ਨਹੀਂ ਹੋਣਾ। ਇਹ ਤਾਂ ਸ਼ਰਾਬ ਡੱਫੀ ਫਿਰਦਾ ਸੀ, ਯਾਰਾਂ ਦੋਸਤਾਂ ਨੇ ਪਿਆ ਦਿੱਤੀ ਸੀ। ਕੋਈ ਨਹੀਂ, ਸਭ ਕੁਝ ਜਲਦੀ ਠੀਕ ਹੋ ਜਾਣਾ ਹੈ। ਇੰਜ ਕਰ ਮੇਰਾ ਪੁੱਤਰ, ਰੋਟੀ ਪਾਣੀ ਖਾ ਲਓ। ਫਿਰ ਤੇਰੇ ਮਾਮਾ ਜੀ ਵੀ ਆਉਣ ਵਾਲੇ ਹੋਣੇ ਆ। ਬਾਅਦ ਵਿੱਚ ਸ਼ਾਮ ਨੂੰ ਅਸੀਂ ਵੀ ਲੈਣ ਆ ਜਾਣਾ ਹੈ। ਮੇਰੀ ਪਿਆਰੀ ਧੀ। ਪ੍ਰੀਤ ਮੰਜੇ 'ਤੇ ਬੈਠ ਕੇ ਖਾਣਾ ਖਾਣ ਲੱਗ ਗਈ। ਹਾਲੇ ਆਖਰੀ ਰੋਟੀ ਮੁੱਕੀ ਹੀ ਸੀ। ਬਾਹਰ ਗੱਡੀ ਦੇ ਹਾਰਨ ਦੀ ਆਵਾਜ਼ ਸੁਣਾਈ ਦੇਣ ਲੱਗੀ। ਮਾਮਾ ਜੀ ਆਪਣੇ ਪਰਿਵਾਰ ਸਮੇਤ ਪਹੁੰਚ ਚੁੱਕੇ ਸਨ। ਬਹੁਤ ਸਾਰੇ ਤੋਹਫ਼ੇ ਆਪਣੇ ਪਰਿਵਾਰ ਲਈ ਲੈ ਕੇ ਆਏ ਸਨ। ਪ੍ਰੀਤ ਵੀ ਸੋਚ ਰਹੀ ਸੀ ਕਿ ਕਿੰਨੇ ਪੁੱਠੇ ਰਿਵਾਜ ਹਨ। ਨਾਲੇ ਅਗਲਾ ਆਪਣੀ ਧੀ ਦੇਵੇ, ਨਾਲੇ ਪੰਡਾ ਭਰ ਦਾਜ। ਤੇ ਮਾਮੇ ਨੂੰ ਤਾਂ ਵਿਚਾਰੇ ਨੂੰ ਐਵੇਂ ਚੱਟੀ ਪੈ ਗਈ। ਫਿਰ ਵੀ ਵਿਚਾਰੀ ਨੇ ਆਪਣੀ ਹੈਸੀਅਤ ਤੋਂ ਵੱਧ ਕੀਤਾ ਸੀ। ਆਪਣੀ ਵੀ ਧੀ ਜਵਾਨ ਹੋ ਰਹੀ ਹੈ। ਪਰ ਮਾਮੀ ਨੇ ਭੋਰਾ ਪਰਵਾਹ ਨਾ ਕੀਤੀ। ਸੱਚਮੁੱਚ ਹੀ ਦੇਵੀ ਹੈ ਉਹ ਤਾਂ। ਚਾਹ ਪੀਣ ਤੋਂ ਬਾਅਦ ਗੱਡੀ ਮਾਮੇ ਦੇ ਘਰ ਰਵਾਨਾ ਹੋ ਗਈ। ਪ੍ਰੀਤ ਨੂੰ ਨੀਂਦ ਚੜ੍ਹ ਰਹੀ ਸੀ। ਦਿਲ ਕਰ ਰਿਹਾ ਸੀ ਸੌਂ ਜਾਵੇ, ਪਰ ਰਾਤ ਦੀ ਘਟਨਾ ਸੌਣ ਵੀ ਨਹੀਂ ਸੀ ਦੇ ਰਹੀ। ਸਿਰ ਭਾਰੀ ਹੋ ਰਿਹਾ ਸੀ। ਗੱਡੀ ਜਲਦੀ ਮਾਮੇ ਦੇ ਦਰਵਾਜ਼ੇ 'ਤੇ ਜਾ ਖੜੀ। ਸਾਰਿਆਂ ਨੂੰ ਪ੍ਰੀਤ ਨੂੰ ਮਿਲ ਕੇ ਚਾਅ ਚੜ੍ਹ ਗਿਆ। ਪ੍ਰੀਤ ਵੀ ਸਭ ਨੂੰ ਹੱਸ ਕੇ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ। ਗਲੀ ਦੀਆਂ ਔਰਤਾਂ ਦੇ ਮੂੰਹੋਂ ਸੁਣਿਆ ਸੀ, ਪ੍ਰੀਤ ਦੀ ਤਾਂ ਕਿਸਮਤ ਜਾਗ ਪਈ ਹੈ। ਵਿਚਾਰੀ ਬੇਗਾਰ ਮਾਪਿਆਂ ਦੀ ਧੀ ਨੂੰ ਮਾਮੇ ਨੇ ਕਿੰਨਾ ਵਧੀਆ ਵਿਆਹਿਆ ਤੇ ਪਰਿਵਾਰ ਵੀ ਚੰਗਾ ਮਿਲਿਆ। ਚੰਗੇ ਸਰਦਾਰਾਂ ਦਾ ਘਰ ਹੈ, ਚੰਗੀ ਜ਼ਮੀਨ ਜਾਇਦਾਦ, ਐਸ਼ ਕਰੇਗੀ ਪ੍ਰੀਤ। ਗੁਆਂਢੀ ਭਾਬੀ ਵੀ ਮਿਲਣ ਆਈ। ਉਹ ਵੀ ਸਭ ਜਾਣਨ ਲਈ ਕਾਹਲੀ ਸੀ। ਆਉਂਦਿਆਂ ਹੀ ਉਸਨੇ ਅੱਖ ਨਾਲ ਇਸ਼ਾਰਾ ਕਰਕੇ ਪੁੱਛਿਆ। ਉਹਦੇ ਮਨ ਵਿੱਚ ਵੀ ਡਰ ਹੀ ਸੀ ਕਿ ਪ੍ਰੀਤ ਵਰਗੀ ਸ਼ਰਮਾਕਲ ਕੁੜੀ ਨੇ ਕਿਤੇ ਪਹਿਲੀ ਰਾਤ ਹੀ ਆਪਣਾ ਘਰਵਾਲਾ ਨਾਰਾਜ਼ ਹੀ ਨਾ ਕਰ ਲਿਆ ਹੋਵੇ। ਪਰ ਪ੍ਰੀਤ ਨੇ ਹਾਂ ਵਿੱਚ ਇਸ਼ਾਰਾ ਕਰ ਦਿੱਤਾ। ਇਸ਼ਾਰੇ ਵਿੱਚ ਸਾਰੀ ਗੱਲ ਹੋ ਗਈ। ਭਾਬੀ ਨੇ ਮੁਸਕਰਾ ਕੇ ਹੱਥ ਜੋੜ ਕੇ ਪਰਮਾਤਮਾ ਦਾ ਧੰਨਵਾਦ ਕੀਤਾ। ਪਤਾ ਨਹੀਂ ਪ੍ਰੀਤ ਕਰਕੇ ਖੁਸ਼ ਹੋ ਰਹੀ ਸੀ ਜਾਂ ਆਪਣੀ ਕੋਈ ਗੱਲ ਯਾਦ ਕਰਕੇ ਸ਼ੁਕਰਾਨਾ ਕਰ ਰਹੀ ਸੀ। ਪ੍ਰੀਤ ਨੂੰ ਭਾਵੇਂ ਝੂਠਾ ਇਸ਼ਾਰਾ ਹੀ ਕੀਤਾ ਸੀ, ਪਰ ਉਹ ਨਹੀਂ ਸੀ ਚਾਹੁੰਦੀ ਕਿ ਉਹਦੇ ਮਾਮੇ ਨੂੰ ਕਿਸੇ ਗੱਲ ਦਾ ਪਤਾ ਲੱਗੇ ਤੇ ਵਿਚਾਰੇ ਦਾ ਦਿਲ ਟੁੱਟ ਜਾਵੇ। ਸੰਸਕਾਰ ਵੀ ਕੋਈ ਚੀਜ਼ ਹੁੰਦੇ ਆ। ਨਾਲੇ ਐਨੀ ਕਾਹਲੀ ਵੀ ਕਾਹਦੀ ਹੈ? ਸ਼ਾਇਦ ਉਹ ਸ਼ਰਾਬ ਨਾ ਪੀਂਦਾ ਹੋਵੇ, ਦੋਸਤਾਂ ਨੇ ਸਲਾਹ ਦਿੱਤੀ ਹੋਵੇ। ਇਹ ਸੋਚ ਕੇ ਉਹ ਧੜ ਵੱਟ ਗਈ। ਸ਼ਾਮ ਨੂੰ ਮਨਜੀਤ ਆਪਣੇ ਪਰਿਵਾਰ ਨਾਲ ਆ ਪਹੁੰਚਿਆ। ਉਹਦਾ ਚਿਹਰਾ ਵੀ ਬੁੱਝਿਆ ਹੋਇਆ ਸੀ। ਮਾਮੇ ਨੇ ਪੁੱਛਿਆ, ਕੀ ਗੱਲ ਹੋ ਗਈ ਪੁੱਤਰ? ਪਰ ਘੱਟ ਹੀ ਬੋਲਿਆ। ਬਸ ਵਿਆਹ ਕਰਕੇ ਥਕਾਵਟ ਹੈ ਮਾਮਾ ਜੀ। ਕੋਈ ਪੁੱਤਰਾ ਲਾ ਦੇਈਏ ਥਕਾਵਟ? ਮਾਮਾ ਜੀ ਨੇ ਹੱਸ ਕੇ ਕਿਹਾ, ਵੇਖ ਲਓ ਜਿਵੇਂ ਠੀਕ ਸਮਝੋ। ਉਸਨੇ ਇੱਕ ਵਾਰ ਵੀ ਮਨਾ ਨਹੀਂ ਕੀਤਾ। ਥੋੜ੍ਹੀ ਦੇਰ ਬਾਅਦ ਬੋਤਲ ਆ ਗਈ। ਸਾਰੇ ਆਓ ਭਗਤ ਵਿੱਚ ਲੱਗ ਗਏ। ਮਨਜੀਤ ਸੀ ਕਿ ਪੈਗ ਤੇ ਪੈਗ ਚੜ੍ਹ ਰਿਹਾ ਸੀ। ਪ੍ਰੀਤ ਦਾ ਦਿਲ ਘਬਰਾ ਰਿਹਾ ਸੀ। ਉਹ ਇੱਥੇ ਹੀ ਨਾ ਕੁਝ ਬੋਲਣ ਲੱਗ ਪਏ। ਸੱਸ ਬੜੀ ਮੁਸ਼ਕਲ ਨਾਲ ਉਹਨੂੰ ਉੱਥੋਂ ਲੈ ਕੇ ਤੁਰੀ। ਰਸਤੇ ਵਿੱਚ ਹੀ ਉਹਨੂੰ ਨੀਂਦ ਆ ਗਈ। ਜੇਕਰ ਡਰਾਈਵਰ ਨਾਲ ਨਾ ਹੁੰਦਾ ਤਾਂ ਗੱਡੀ ਵਾਪਸ ਲਿਆਉਣੀ ਵੀ ਮੁਸ਼ਕਿਲ ਸੀ। ਘਰ ਆਉਂਦਿਆਂ ਤੱਕ ਤਾਂ ਉਹ ਬੇਹੋਸ਼ ਹੋਇਆ ਪਿਆ ਸੀ। ਬੜੀ ਮੁਸ਼ਕਲ ਨਾਲ ਘਰ ਪਹੁੰਚੇ ਤੇ ਉਹਨੂੰ ਕਮਰੇ ਤੱਕ ਪਹੁੰਚਾਇਆ। ਮੰਜੇ 'ਤੇ ਪੈਂਦਿਆਂ ਹੀ ਉਹ ਘਰਾੜੇ ਚਾਲੂ ਹੋ ਗਏ। ਪ੍ਰੀਤ ਨੇ ਇਹ ਰਾਤ ਵੀ ਮੁਸ਼ਕਿਲ ਨਾਲ ਅੱਖਾਂ ਵਿੱਚ ਕੱਢੀ। ਸਵੇਰੇ ਉੱਠਦਿਆਂ ਹੀ ਪ੍ਰੀਤ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਸੀ। ਸਾਰਾ ਸਰੀਰ ਦੁਖ ਰਿਹਾ ਸੀ, ਬੁਖਾਰ ਵਾਂਗੂ ਮਹਿਸੂਸ ਹੋ ਰਿਹਾ ਸੀ। ਮਨ ਵਿੱਚ ਇਹ ਡਰ ਕਿ ਸ਼ਰਾਬੀ ਨਾਲ ਜ਼ਿੰਦਗੀ ਕਿਵੇਂ ਕੱਟੇਗੀ। ਉਹਦਾ ਮਨਜੀਤ ਤਾਂ ਉੱਠ ਕੇ ਬਾਹਰ ਚਲਾ ਗਿਆ ਹੈ। ਰਾਤ ਦਾ ਸ਼ਰਾਬ ਨਾਲ ਭੰਨਿਆ ਸਵੇਰੇ ਬਾਹਰ ਤੁਰ ਗਿਆ। ਹਾਲੇ ਤੱਕ ਪ੍ਰੀਤ ਨੂੰ ਬੁਲਾਇਆ ਤੱਕ ਨਹੀਂ। ਬੜੀ ਮੁਸ਼ਕਿਲ ਨਾਲ ਉੱਠ ਕੇ ਤਿਆਰ ਹੋਣ ਲੱਗੀ।
ਸਹੁਰਾ ਘਰ ਹੈ, ਕਿੰਨੀ ਦੇਰ ਤੱਕ ਪਈ ਰਹਿੰਦੀ। ਭਾਵੇਂ ਉਹਦਾ ਜਮਾਂ ਵੀ ਮਨ ਨਹੀਂ ਸੀ ਕਰ ਰਿਹਾ। ਉੱਠ ਕੇ ਬਾਹਰ ਆਈ ਤਾਂ ਰਿਸ਼ਤੇਦਾਰ ਤਾਂ ਲਗਭਗ ਜਾਣ ਲਈ ਤਿਆਰ ਖੜ੍ਹੇ ਸਨ। ਥੋੜ੍ਹੀ ਦੇਰ ਬਾਅਦ ਇੱਕ-ਇੱਕ ਕਰਕੇ ਸਾਰੇ ਚਲੇ ਗਏ। ਘਰ ਵਿੱਚ ਕੇਵਲ ਪ੍ਰੀਤ ਰਹਿ ਗਈ ਤੇ ਇੱਕ ਉਹਦੀ ਸੱਸ। ਸੱਸ ਵੀ ਰਸੋਈ ਵਿੱਚ ਕੁਝ ਕਰ ਰਹੀ ਸੀ। ਪ੍ਰੀਤ ਵੀ ਉੱਥੇ ਜਾ ਪਹੁੰਚੀ। "ਨਾ ਮੇਰੀ ਧੀਏ, ਇੰਜ ਨਹੀਂ ਆਉਣਾ ਰਸੋਈ ਵਿੱਚ ਹਾਲੇ। ਨੀ ਤੈਨੂੰ ਕੁਝ ਦਿਨ ਚੌਂਕੇ ਚੜ੍ਹਾਉਣਾ। ਤੂੰ ਆਰਾਮ ਕਰ, ਹਾਲੇ ਤਾਂ ਮੈਂ ਕੰਮ ਕਰ ਸਕਦੀ ਹਾਂ। ਤੂੰ ਸਾਰੀ ਉਮਰ ਕੰਮ ਕਰਨਾ ਹੈ," ਸੱਸ ਨੇ ਪਿਆਰ ਦਿੰਦਿਆਂ ਕਿਹਾ। "ਕਿਵੇਂ ਕਰਾਂ ਆਰਾਮ?" ਪ੍ਰੀਤ ਦੇ ਮੂੰਹੋਂ ਨਿਕਲ ਗਿਆ। "ਕੀ ਹੋਇਆ ਧੀਏ?" ਸੱਸ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਸਨ। "ਉਹ ਤਾਂ ਮੇਰੇ ਵੱਲ ਵੇਖਦਾ ਵੀ ਨਹੀਂ। ਮੇਰੇ ਤਾਂ ਪੱਲੇ ਸ਼ਰਾਬੀ ਪੈ ਗਿਆ। ਮੇਰੇ ਨਾਲ ਇੱਕ ਵਾਰ ਵੀ ਗੱਲ ਨਹੀਂ ਕੀਤੀ।" ਆ ਕੇ ਪ੍ਰੀਤ ਸੱਸ ਦੇ ਗਲ ਲੱਗ ਰੋਣ ਲੱਗ ਪਈ। "ਹੌਂਸਲਾ ਰੱਖ ਧੀਏ, ਤੂੰ ਮੇਰੇ ਘਰ ਰੋਣ ਥੋੜ੍ਹੀ ਆਈ ਏਂ। ਜਲਦੀ ਠੀਕ ਹੋ ਜਾਏਗਾ। ਸਭ ਮੈਨੂੰ ਪਤਾ ਸੀ। ਇਹਨੇ ਕੁਝ ਦਿਨ ਇੰਜ ਹੀ ਕਰਨਾ ਹੈ, ਫਿਰ ਹੌਲੀ-ਹੌਲੀ ਆਪੇ ਠੀਕ ਹੋ ਜਾਵੇਗਾ। ਇੰਜ ਹੀ ਕਰਨਾ ਸਮਝ ਨਹੀਂ ਲੱਗੀ?" ਪ੍ਰੀਤ ਦੇ ਮੂੰਹੋਂ ਨਿਕਲਿਆ। "ਕੁਝ ਨਹੀਂ ਧੀਏ, ਮੁੰਡੇ ਇੰਜ ਕਰਦੇ ਹੀ ਹੁੰਦੇ ਨੇ।" ਸੱਸ ਦਾ ਰੰਗ ਉੱਡ ਗਿਆ। "ਪਰ ਇਹ ਤਾਂ ਕਹਿੰਦੇ ਉਹ ਮੈਨੂੰ ਪਿਆਰ ਨਹੀਂ ਕਰਦੇ। ਮੇਰਾ ਵਿਆਹ ਧੱਕੇ ਨਾਲ ਹੋਇਆ।" ਪ੍ਰੀਤ ਨੇ ਚਿੰਤਾ ਕੀਤੀ। "ਤੁਸੀਂ ਮੇਰੇ ਕੋਲ ਕੁਝ ਲੁਕੋ ਤਾਂ ਨਹੀਂ ਰਹੇ ਹੋ?" "ਲੁਕਾਉਣਾ ਕੀ ਹੈ ਧੀਏ? ਦਰਅਸਲ ਜਦੋਂ ਕਾਲਜ ਪੜ੍ਹਦਾ ਸੀ, ਕਿਸੇ ਕੁੜੀ ਨਾਲ ਚੱਕਰ ਪਾਈ ਫਿਰਦਾ ਸੀ। ਪਤਾ ਨਹੀਂ ਕਿਹਨਾਂ ਦੀ ਕੁੜੀ ਸੀ। ਮੈਂ ਫੇਰ ਵੀ ਤਿਆਰ ਹੋ ਗਈ ਸੀ ਇਸ ਦਾ ਵਿਆਹ ਉਹਦੇ ਨਾਲ ਕਰਨ ਨੂੰ, ਪਰ ਉਹ ਹੀ ਛੱਡ ਗਈ ਇਹਨੂੰ। ਸੁਣਿਆ ਉਹਦਾ ਵਿਆਹ ਹੋ ਗਿਆ ਬਾਹਰਲੇ ਮੁਲਕ। ਇਹ ਤਾਂ ਢੇਰੀ ਢਾਹ ਕੇ ਬੈਠ ਗਿਆ। ਐਵੇਂ ਪਾਗਲਾਂ ਵਾਂਗੂੰ ਫਿਰਦਾ ਰਹਿੰਦਾ ਹੈ। ਮੈਂ ਬਹੁਤ ਸਮਝਾਇਆ, ਇਹਦੇ ਪਾਪੇ ਨੇ ਵੀ ਕਿਹਾ, ਪਰ ਇੰਜ ਹੀ ਕਰਦਾ ਰਿਹਾ। ਫਿਰ ਕਿਸੇ ਨੇ ਸਲਾਹ ਦਿੱਤੀ ਕਿ ਇਸ ਦਾ ਵਿਆਹ ਕਰ ਦਿਓ, ਆਪੇ ਠੀਕ ਹੋ ਜਾਵੇਗਾ। ਇਹਨੇ ਪਹਿਲਾਂ ਤਾਂ ਪੈਰ ਨੇ ਲਾਏ, ਫਿਰ ਮੈਂ ਦਬਾਅ ਪਾਇਆ ਤੇ ਆਖਿਰ ਇਹ ਮੰਨ ਹੀ ਗਿਆ। ਜੇ ਇਹ ਮੰਨ ਗਿਆ ਤਾਂ ਵਿਆਹ ਕੀਤਾ ਹੈ। ਕੁਝ ਦਿਨ ਏਦਾਂ ਹੀ ਕਰੇਗਾ, ਫਿਰ ਠੀਕ ਹੋ ਜੂ। ਤੂੰ ਚਿੰਤਾ ਨਾ ਕਰ," ਸੱਸ ਨੇ ਸਫਾਈ ਦਿੰਦਿਆਂ ਕਿਹਾ। ਪ੍ਰੀਤ ਦੇ ਸਿਰ 'ਤੇ ਜਿਵੇਂ 7 ਘੜੇ ਪਾਣੀ ਪੈ ਗਿਆ ਹੋਵੇ, ਹੰਝੂਆਂ ਦੀ ਧਾਰ ਵਗਣ ਲੱਗ ਪਈ। "ਤਾਂ ਫੇਰ ਤੁਸੀਂ ਮੇਰੇ ਨਾਲ ਵਿਆਹ ਕਰ ਦਿੱਤਾ। ਇਹਦੇ ਵਿੱਚ ਮੇਰਾ ਕੀ ਕਸੂਰ ਸੀ? ਜੇਕਰ ਉਹ ਮੈਨੂੰ ਪਿਆਰ ਹੀ ਨਹੀਂ ਕਰਦਾ ਤਾਂ ਮੈਂ ਜ਼ਿੰਦਗੀ ਕਿਸ ਆਸਰੇ ਕੱਟਾਂ? ਨਾਲੇ ਜੇ ਕੋਈ ਠੀਕ ਨਹੀਂ, ਉਹਦਾ ਇਲਾਜ ਕਰਵਾਈਦਾ ਹੈ। ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਕਰੀਦੀ।" "ਕੁਝ ਨਹੀਂ ਬਰਬਾਦ ਹੁੰਦਾ ਧੀਏ, ਘਬਰਾ ਨਾ। ਮੰਨਿਆ ਮੈਂ ਤੇਰੀ ਗੁਨਾਹਗਾਰ ਹਾਂ। ਆਪਾਂ ਰਲ ਕੇ ਇਹਨੂੰ ਠੀਕ ਕਰਾਂਗੇ। ਮੇਰਾ ਇਕਲੌਤਾ ਪੁੱਤਰ ਹੈ। ਹੌਂਸਲਾ ਰੱਖ ਧੀਏ।" ਪ੍ਰੀਤ ਨੇ ਨਾਲ ਉਹਦੀ ਸੱਸ ਦੇ ਹੰਝੂ ਮੀਂਹ ਚੋਣ ਵਾਂਗੂੰ ਲੱਗ ਪਏ। ਦੋਵਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸੱਸ ਦਾ ਪਿਆਰ ਤਾਂ ਪ੍ਰੀਤ ਨਾਲ ਦਿਨੋਂ-ਦਿਨ ਵੱਧ ਰਿਹਾ ਸੀ, ਪਰ ਮਨਜੀਤ ਨਾਲ ਤਾਂ ਇੱਕ ਵਾਰ ਗੱਲ ਵੀ ਨਹੀਂ ਸੀ ਹੋਈ। ਤੇ ਹੁੰਦੀ ਵੀ ਕਿਵੇਂ? ਉਹ ਤਾਂ ਉਸ ਨਾਲ ਬੋਲਦਾ ਹੀ ਨਹੀਂ ਸੀ। ਸਾਰਾ ਦਿਨ ਘਰੋਂ ਬਾਹਰ ਰਹਿੰਦਾ, ਸ਼ਾਮ ਨੂੰ ਡੱਕਿਆ ਆਉਂਦਾ ਤੇ ਦੂਜੇ ਪਾਸੇ ਮੂੰਹ ਕਰਕੇ ਸੌਂ ਜਾਂਦਾ। ਮਾਂ ਵੀ ਕਈ ਵਾਰ ਉਸਨੂੰ ਸਮਝਾ ਚੁੱਕੀ ਸੀ। ਸਾਰਾ ਦਿਨ ਘਰੋਂ ਬਾਹਰ ਰਹਿੰਦਾ ਤੇ ਪ੍ਰੀਤ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਅੱਜ ਪੂਰੇ 10 ਦਿਨ ਲੰਘ ਚੁੱਕੇ ਸਨ। ਅੱਜ ਫੇਰ ਘਰ ਆਇਆ। ਪ੍ਰੀਤ ਦੀ ਸੱਸ ਨੂੰ ਅਚਾਨਕ ਗੁਆਂਢੀਆਂ ਦੇ ਘਰ ਜਾਣਾ ਪਿਆ। ਮਨਜੀਤ ਇੱਧਰ-ਉੱਧਰ ਮਾਂ ਨੂੰ ਵੇਖਣ ਲੱਗਾ, ਪਰ ਮਾਂ ਦਿਸੀ ਨਹੀਂ। ਇੱਧਰ-ਉੱਧਰ ਗੇੜੇ ਮਾਰਦਾ ਰਿਹਾ, ਪਰ ਮਾਂ ਨਜ਼ਰ ਨਹੀਂ ਸੀ ਆ ਰਹੀ। ਪ੍ਰੀਤ ਚੁੱਪ-ਚਾਪ ਸਾਰਾ ਕੁਝ ਵੇਖ ਰਹੀ ਸੀ। ਜਦੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮਾਂ ਨਾ ਲੱਭੀ ਤਾਂ ਮਨਜੀਤ ਦੇ ਮੂੰਹੋਂ ਨਿਕਲਿਆ, "ਮਾਂ ਕਿੱਥੇ ਹੈ?" ਪ੍ਰੀਤ ਚੁੱਪ ਰਹੀ। ਫਿਰ ਪ੍ਰੀਤ ਵੱਲ ਮੂੰਹ ਕਰਕੇ ਕਿਹਾ, "ਤੈਨੂੰ ਸੁਣਿਆ ਨਹੀਂ? ਮਾਂ ਕਿੱਥੇ ਹੈ?" ਪ੍ਰੀਤ ਨੇ ਦੱਸ ਦਿੱਤਾ, "ਗੁਆਂਢੀਆਂ ਘਰ ਗਈ ਹੈ।" ਪਰ ਅੰਦਰੋਂ ਤਸੱਲੀ ਸੀ ਕਿ ਭਾਵੇਂ ਗੁੱਸੇ ਨਾਲ ਹੀ ਸਹੀ, ਉਸਨੇ ਉਸਨੂੰ ਬੁਲਾਇਆ ਤਾਂ ਸਹੀ। ਅੱਜ ਉਸਨੂੰ ਆਪਣੇ ਇਸ ਘਰ ਵਿੱਚ ਹੋਣ ਦਾ ਅਹਿਸਾਸ ਹੋ ਰਿਹਾ ਸੀ। ਉਸਨੂੰ ਲੱਗਿਆ ਕਿ ਅੱਜ ਜਿਵੇਂ ਉਹ ਜਿਉਂਦਿਆਂ ਵਿੱਚ ਆ ਗਈ ਹੋਵੇ। "ਕੁਝ ਚਾਹੀਦਾ ਹੈ?" ਉਸਨੇ ਮਨਜੀਤ ਤੋਂ ਪੁੱਛਿਆ। "ਨਹੀਂ, ਬਸ ਥੋੜ੍ਹੀ ਭੁੱਖ ਲੱਗੀ ਸੀ।" "ਤੂੰ ਚਿੰਤਾ ਨਾ ਕਰ, ਮਾਂ ਨੂੰ ਆ ਲੈਣ ਦੇ," ਮਨਜੀਤ ਅੱਕ ਕੇ ਬੋਲਿਆ। "ਕੋਈ ਨੀ, ਮੈਂ ਪਕਾ ਦਿੰਦੀ ਹਾਂ," ਰੋਟੀ ਕਹਿ ਕੇ ਉਹ ਰਸੋਈ ਵੱਲ ਤੁਰ ਪਈ। ਉਸਨੂੰ ਹੌਸਲਾ ਹੋ ਰਿਹਾ ਸੀ ਕਿ ਹੁਣ ਗੱਡੀ ਪਟੜੀ 'ਤੇ ਆ ਜਾਵੇਗੀ। ਜਲਦੀ ਹੀ ਰੋਟੀ ਪਕਾ ਕੇ ਲੈ ਆਈ ਤੇ ਰੋਟੀ ਖਾਂਦੇ ਦੇ ਕੋਲ ਬੈਠ ਗਈ। ਮਨਜੀਤ ਦਾ ਉਸ ਵੱਲ ਧਿਆਨ ਨਹੀਂ ਸੀ। ਜਦੋਂ ਖਾਣਾ ਖਤਮ ਹੋਇਆ ਤਾਂ ਭਾਂਡੇ ਚੁੱਕਦੀ ਬੋਲੀ, "ਕੁਝ ਹੋਰ ਚਾਹੀਦਾ ਹੈ?" "ਨਹੀਂ," ਮਨਜੀਤ ਨੇ ਕਿਹਾ। "ਇੱਕ ਗੱਲ ਪੁੱਛਾਂ, ਜੇਕਰ ਗੁੱਸਾ ਨਾ ਮੰਨੋ?" ਪ੍ਰੀਤ ਨੇ ਰੁਕਦੇ ਹੋਏ ਕਿਹਾ। ਉਸਨੇ ਕੋਈ ਜਵਾਬ ਨਾ ਦਿੱਤਾ, ਪਰ ਪ੍ਰੀਤ ਆਪ ਹੀ ਬੋਲ ਪਈ, "ਤੁਸੀਂ ਮੇਰੇ ਨਾਲ ਨਹੀਂ ਬੋਲਣਾ ਤਾਂ ਨਾ ਬੋਲੋ, ਪਰ ਇੱਕ ਗੱਲ ਤਾਂ ਦੱਸ ਦਿਓ, ਮੇਰਾ ਕੀ ਕਸੂਰ?"
ਮੈਂ ਤੇਰੇ ਨਾਲ ਪਿਆਰ ਨਹੀਂ ਕਰਦਾ। ਉਹ ਤਾਂ ਮੈਂ ਜੀਤੀ ਨੂੰ ਕਰਦਾ ਹਾਂ ਤੇ ਉਹ ਵੀ ਮੈਨੂੰ ਛੱਡ ਕੇ ਚਲੀ ਗਈ। ਉਸ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ। ਮੇਰੇ ਨਾਲ ਧੱਕਾ ਹੋਇਆ ਹੈ, ਮੈਂ ਕੀ ਕਰਾਂ। ਮਨਜੀਤ ਨੇ ਸ਼ਰਾਬੀ ਹਾਲਤ ਵਿੱਚ ਸਾਰੀ ਕਹਾਣੀ ਸੁਣਾ ਦਿੱਤੀ। ਜਿਸਨੂੰ ਪਿਆਰ ਕਰੀਏ ਉਹ ਦੂਰ ਚਲਾ ਜਾਵੇ, ਇਹ ਹਾਲਤ ਬਣ ਜਾਂਦੀ ਹੈ। ਪਰ ਜੇਕਰ ਜਿਸਨੂੰ ਤੁਸੀਂ ਪਿਆਰ ਕਰਦੇ ਹੋ ਤੇ ਉਹ ਤੁਹਾਡੇ ਨਾਲ ਸਾਹਮਣੇ ਰਹਿ ਕੇ ਨਾ ਬੋਲੇ, ਤੁਹਾਡੇ 'ਤੇ ਕੀ ਬੀਤਦੀ ਹੈ, ਇਹ ਸੋਚਿਆ ਹੈ ਕਦੇ? ਪ੍ਰੀਤ ਨੇ ਕਿਹਾ। ਕੀ ਮਤਲਬ? ਮਤਲਬ ਤਾਂ ਸਾਫ਼ ਹੈ, ਮੈਂ ਕਰਦੀ ਹਾਂ ਤੁਹਾਨੂੰ ਪਿਆਰ। ਸੋਚੋ ਮੇਰੇ ਦਿਲ 'ਤੇ ਕੀ ਬੀਤਦੀ ਹੋਵੇਗੀ। ਪਰ ਮੈਂ ਕੀ ਕਰਾਂ, ਹਾਲੇ ਤੈਨੂੰ ਨਹੀਂ ਅਪਣਾ ਸਕਦਾ। ਜੀਤੀ ਦੀ ਯਾਦ ਮੇਰੇ ਦਿਲੋਂ ਭੁਲਾਈ ਨਹੀਂ ਜਾ ਰਹੀ। ਚੱਲ ਕੋਈ ਨਾ, ਤੁਸੀਂ ਆਪਣਾ ਸਮਾਂ ਲਓ, ਪਰ ਮੇਰੇ ਵੱਲ ਦੇਖੋ। ਮੈਂ ਵਾਪਸ ਵੀ ਨਹੀਂ ਜਾ ਸਕਦੀ। ਇੱਥੇ ਰਹਿਣਾ ਨਰਕ ਹੋਇਆ ਪਿਆ ਹੈ। ਆਪਣੇ ਵਿੱਚ ਕੋਈ ਰਿਸ਼ਤਾ ਤਾਂ ਰੱਖ ਸਕਦੇ ਹਾਂ, ਭਾਵੇਂ ਦੋਸਤੀ ਦਾ ਹੀ ਸਹੀ। ਭਾਵੇਂ ਮੈਨੂੰ ਆਪਣੀ ਪਤਨੀ ਨਾ ਮੰਨੋ, ਦੋਸਤ ਤਾਂ ਮੰਨ ਹੀ ਸਕਦੇ ਹੋ। ਮਨਜੀਤ ਕੁਝ ਨਾ ਬੋਲਿਆ, ਉਸ ਵੱਲ ਵੇਖਦਾ ਰਿਹਾ। ਤੇ ਜੇਕਰ ਆਪਣੇ ਦੋਸਤ ਦੇ ਕਹੇ 'ਤੇ ਸ਼ਰਾਬ ਛੱਡ ਦੇਵੋ? ਤਾਂ ਮਨਜੀਤ ਨੇ ਉਸ ਵੱਲ ਸਿਰ ਝੁਕਾ ਕੇ ਵੇਖਿਆ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ। ਪ੍ਰੀਤ ਜਿਵੇਂ ਸਵਰਗ ਵਿੱਚ ਪਹੁੰਚ ਗਈ। ਅੱਜ ਸਭ ਕੁਝ ਠੀਕ ਹੁੰਦਾ ਨਜ਼ਰ ਆ ਰਿਹਾ ਸੀ। ਉਸਨੇ ਅਪਣਾਇਆ ਤਾਂ ਸਹੀ, ਭਾਵੇਂ ਦੋਸਤ ਬਣ ਕੇ ਹੀ ਸਹੀ। ਪ੍ਰੀਤ ਹੁਣ ਖੁਸ਼ ਸੀ। ਉਸਨੂੰ ਭਾਵੇਂ ਪਤਨੀ ਦਾ ਦਰਜਾ ਨਹੀਂ ਸੀ ਮਿਲਿਆ, ਪਰ ਦੋਸਤ ਬਣ ਕੇ ਸਹੀ ਉਹ ਇਸ ਘਰ ਵਿੱਚ ਰਹਿਣ ਜੋਗੀ ਤਾਂ ਹੋ ਗਈ ਸੀ। ਨਹੀਂ ਤਾਂ ਮਾਮੇ ਦਾ ਘਰ ਛੱਡਣ ਤੋਂ ਬਾਅਦ ਆਪਣਾ ਘਰ ਵੀ ਆਪਣਾ ਨਹੀਂ ਸੀ ਲੱਗ ਰਿਹਾ। ਹੁਣ ਮਨਜੀਤ ਉਸਨੂੰ ਬੁਲਾ ਤਾਂ ਲੈਂਦਾ ਹੈ, ਭਾਵੇਂ ਅੱਖਾਂ ਵਿੱਚ ਅੱਖ ਪਾ ਕੇ ਗੱਲ ਨਹੀਂ ਕਰਦਾ, ਪਰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਪ੍ਰੀਤ ਕਹਿ ਕੇ ਆਵਾਜ਼ ਤਾਂ ਮਾਰ ਲੈਂਦਾ ਹੈ। ਭਾਵੇਂ ਉਹਨੂੰ ਪਿਆਰ ਤਾਂ ਨਹੀਂ ਮਿਲ ਸਕਿਆ, ਪਰ ਤਸੱਲੀ ਤਾਂ ਹੈ ਕਿ ਉਹ ਹੌਲੀ ਹੌਲੀ ਉਸਨੂੰ ਪਾ ਲਵੇਗੀ। ਹੁਣ ਉਹ ਸ਼ਰਾਬ ਪੀਣੀ ਵੀ ਤਾਂ ਬੰਦ ਕਰ ਗਿਆ ਸੀ। ਸੱਸ ਦਾ ਪਿਆਰ ਤਾਂ ਮਿਲ ਰਿਹਾ ਹੈ, ਜੋ ਉਸਨੂੰ ਮਾਂ ਤੋਂ ਵੀ ਜ਼ਿਆਦਾ ਨਹੀਂ ਮਿਲਿਆ। ਮਾਮੀ ਤੋਂ ਬਾਅਦ ਸੱਸ ਤੋਂ ਮਿਲਣ ਲੱਗ ਪਿਆ। ਹੁਣ ਮਨਜੀਤ ਬਾਜ਼ਾਰੋਂ ਉਹਦੇ ਲਈ ਕੁਝ ਖਰੀਦ ਵੀ ਲਿਆਉਂਦਾ ਹੈ। ਉਹਦੇ ਨਾਲ ਸ਼ਕੀਰੀ ਵਿੱਚ ਚਲਾ ਜਾਂਦਾ, ਪਰ ਕਮਰੇ ਵਿੱਚ ਵੜਦਿਆਂ ਹੀ ਘਬਰਾ ਜਿਹਾ ਜਾਂਦਾ। ਕਈ ਵਾਰ ਤਾਂ ਪ੍ਰੀਤ ਨੂੰ ਇੰਝ ਵੀ ਲੱਗਿਆ ਕਿ ਸ਼ਾਇਦ ਉਹ ਆਪਣੀ ਇਸ ਗਲਤੀ ਕਰਕੇ ਹੀ ਸ਼ਰਮਿੰਦਾ ਹੈ। ਉਹ ਉਸਦੇ ਨੇੜੇ ਆਉਣਾ ਚਾਹੁੰਦਾ ਹੈ, ਪਰ ਇੱਕ ਸੰਗ ਜਿਹੀ ਉਸਨੂੰ ਘੇਰ ਲੈਂਦੀ ਹੈ। ਘੇਰੇ ਵੀ ਕਿਉਂ ਨਾ, ਆਪਣੀ ਪਤਨੀ ਦੇਵੀ ਵਰਗੀ ਪਤਨੀ ਨੂੰ ਪਤਨੀ ਵਾਲਾ ਪਿਆਰ ਹੀ ਨਹੀਂ ਸੀ ਦੇ ਸਕਿਆ ਤੇ ਪ੍ਰੀਤ ਐਨੇ ਵਿੱਚ ਹੀ ਸਬਰ ਕਰ ਗਈ। ਵੈਸੇ ਵੀ ਔਰਤਾਂ ਵਿੱਚ ਆਦਮੀਆਂ ਨਾਲੋਂ ਜ਼ਿਆਦਾ ਸਬਰ ਹੁੰਦਾ ਹੈ। ਮਨਜੀਤ ਨੇ ਤਾਂ ਕਦੇ ਹੁਣ ਤੱਕ ਪ੍ਰੀਤ ਨੂੰ ਹੱਥ ਵੀ ਨਹੀਂ ਸੀ ਲਾਇਆ। ਇੱਕ ਵਾਰ ਰੋਟੀ ਫੜਾਉਣ ਲੱਗੇ ਉਹਨਾਂ ਦੀਆਂ ਉਂਗਲਾਂ ਆਪਸ ਵਿੱਚ ਛੂਹ ਗਈਆਂ ਸਨ। ਮਨਜੀਤ ਨੇ ਇੱਕਦਮ ਹੱਥ ਪਿੱਛੇ ਕਰ ਲਿਆ ਸੀ। ਪ੍ਰੀਤ ਹੱਥੋਂ ਰੋਟੀ ਵੀ ਡਿੱਗ ਪਈ ਸੀ। ਔਰਤਾਂ ਤਾਂ ਇੰਝ ਕਰਦੀਆਂ ਨੇ, ਅਕਸਰ ਸੁਣੀਆਂ ਸਨ, ਪਰ ਪ੍ਰੀਤ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੈ। ਇੰਨਾ ਸਬਰ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਵਿੱਚ ਕਿੱਥੇ ਹੁੰਦਾ ਹੈ। ਪਰ ਉਹ ਹਮੇਸ਼ਾ ਖੁਸ਼ ਰਹਿਣ ਦਾ ਯਤਨ ਕਰਦੀ ਤੇ ਮਨਜੀਤ ਉੱਤੇ ਵੀ ਜ਼ਿਆਦਾ ਦਬਾਅ ਨਾ ਪਾਉਂਦੀ। ਉਸਨੂੰ ਇਹ ਵੀ ਅਹਿਸਾਸ ਹੋ ਰਿਹਾ ਸੀ ਕਿ ਮਨਜੀਤ ਵੀ ਉਸਨੂੰ ਪਿਆਰ ਕਰਨ ਲੱਗ ਪਿਆ ਹੈ। ਅੱਖਾਂ ਸਭ ਕੁਝ ਕਹਿ ਦਿੰਦੀਆਂ ਹਨ, ਪਰ ਮਨਜੀਤ ਨੇ ਮੂੰਹੋਂ ਬੋਲ ਕੇ ਕਦੀ ਨਹੀਂ ਸੀ ਕਿਹਾ। ਅੱਜ ਮਨਜੀਤ ਜਦੋਂ ਖੇਤੋਂ ਵਾਪਸ ਆਇਆ ਤਾਂ ਕੁਝ ਥੱਕਿਆ ਹੋਇਆ ਸੀ। ਉਸਨੇ ਆਉਂਦਿਆਂ ਹੀ ਮਾਂ ਨੂੰ ਆਵਾਜ਼ ਮਾਰੀ। ਮਾਂ ਘਰ ਵਿੱਚ ਨਹੀਂ ਸੀ ਤਾਂ ਪ੍ਰੀਤ ਉਸਦੇ ਕੋਲ ਭੱਜੀ ਆਈ। ਉਸਦਾ ਮੱਥਾ ਪੂਰੀ ਤਰ੍ਹਾਂ ਗਰਮ ਸੀ। ਪ੍ਰੀਤ ਇੱਕਦਮ ਘਬਰਾ ਗਈ। ਘਰ ਵਿੱਚ ਕੋਈ ਵੀ ਨਹੀਂ ਸੀ। ਉਸਨੇ ਹੌਸਲੇ ਤੋਂ ਕੰਮ ਲੈਂਦਿਆਂ ਕਾਰ 'ਤੇ ਮਨਜੀਤ ਨੂੰ ਬਿਠਾਇਆ ਤੇ ਹਸਪਤਾਲ ਪਹੁੰਚ ਗਈ। ਮਾਮੇ ਘਰ ਸਿੱਖੀ ਕਾਰ ਅੱਜ ਪਹਿਲੀ ਵਾਰ ਉਸਦੇ ਕੰਮ ਆ ਰਹੀ ਸੀ। ਮਾਮੇ ਦੇ ਘਰ ਵੀ ਫੋਨ ਕਰ ਦਿੱਤਾ ਸੀ ਤੇ ਸੱਸ ਦੇ ਮਗਰ ਗੁਆਂਢੀਆਂ ਦਾ ਮੁੰਡਾ ਭੇਜ ਦਿੱਤਾ ਸੀ। ਡਾਕਟਰ ਨੇ ਹਾਲਤ ਵੇਖਦਿਆਂ ਹੀ ਦਾਖਲ ਕਰ ਲਿਆ ਸੀ। ਟੈਸਟ ਆਦਿ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਵੈਸੇ ਘਬਰਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈ, ਪਰ ਇੱਕਦਮ ਸ਼ਰਾਬ ਛੱਡਣ ਕਰਕੇ ਤਬੀਅਤ ਜ਼ਿਆਦਾ ਖਰਾਬ ਹੋ ਗਈ। ਕੁਝ ਕੁ ਦਿਨਾਂ ਵਿੱਚ ਹਸਪਤਾਲ ਰਹਿਣਾ ਪਵੇਗਾ। ਪ੍ਰੀਤ ਨੇ ਮਨਜੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਮਾਮਾ ਤੇ ਉਹਦੀ ਸੱਸ ਸਹੁਰਾ ਵੀ ਪਹੁੰਚ ਗਏ। ਪ੍ਰੀਤ ਨੇ ਬੜੇ ਹੌਸਲੇ ਤੋਂ ਕੰਮ ਲਿਆ। 4 ਦਿਨ ਉਹ ਹਸਪਤਾਲ ਵਿੱਚ ਰਿਹਾ। ਪ੍ਰੀਤ ਇੱਕ ਮਿੰਟ ਵੀ ਨਾ ਸੁੱਤੀ। ਖਾਣਾ ਖਵਾਉਣ, ਦਵਾਈ ਦੇਣ ਤੋਂ ਉਹਨੂੰ ਇੱਕ ਮਿੰਟ ਵੀ ਵਿਹਲ ਨਹੀਂ ਸੀ ਹੁੰਦੀ। ਉਹਨੇ ਬਹੁਤ ਸਖਤ ਮਿਹਨਤ ਕੀਤੀ ਤੇ ਪਿਆਰ ਕਰਕੇ ਮਨਜੀਤ ਜਲਦੀ ਹੀ ਠੀਕ ਹੋ ਗਿਆ। ਅੱਜ ਮਨਜੀਤ ਨੂੰ ਛੁੱਟੀ ਮਿਲਣ ਵਾਲੀ ਸੀ। ਪ੍ਰੀਤ ਖੁਸ਼ ਸੀ ਕਿ ਉਸਦਾ ਮਨਜੀਤ ਠੀਕ ਹੋ ਗਿਆ ਹੈ। ਉਹ ਘਰ ਜਾਣ ਲਈ ਸਮਾਨ ਵਗੈਰਾ ਸਮੇਟ ਰਹੀ ਸੀ ਤੇ ਸਹੁਰਾ ਬਿੱਲ ਦੇਣ ਗਿਆ ਸੀ ਤਾਂ ਮਨਜੀਤ ਨੇ ਪ੍ਰੀਤ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ,
ਪ੍ਰੀਤ ਤੂੰ ਘਰ ਚਲੀ ਜਾ। ਕਿਉਂ ਮਨਜੀਤ ਜੀ, ਹਾਲੇ ਤਾਂ ਘੰਟੇ ਨੂੰ ਛੁੱਟੀ ਮਿਲਣੀ ਹੈ, ਆਪਾਂ ਇਕੱਠੇ ਹੀ ਚੱਲਦੇ ਹਾਂ। ਨਹੀਂ ਤੂੰ ਪਹਿਲਾਂ ਜਾ। ਪਹਿਲਾਂ ਕਿਉਂ? ਮੈਂ ਤੇਰੇ ਨਾਲ ਬਹੁਤ ਧੱਕਾ ਕੀਤਾ ਹੈ, ਮੈਨੂੰ ਮਾਫ਼ ਕਰ ਦੇ। ਇਹ ਕੀ ਕਹਿ ਰਹੇ ਹੋ? ਤੁਸੀਂ ਮੇਰੇ ਪਤੀ ਹੋ, ਮੇਰੇ ਸਭ ਕੁਝ। ਅਸੀਂ ਬਾਅਦ ਵਿੱਚ ਆਉਂਦੇ ਹਾਂ। ਹਾਂ, ਇਸੇ ਲਈ ਹੀ ਤੁਸੀਂ ਇੰਜ ਕਰੋ, ਮੇਰੇ ਘਰ ਆਉਣ ਤੋਂ ਪਹਿਲਾਂ ਆਪਣੇ ਕਮਰੇ ਨੂੰ ਫਿਰ ਸਜਾ ਦਿਓ ਤੇ ਉਹੀ ਕੱਪੜੇ ਪਾਉਣੇ ਜਿਹੜੇ ਵਿਆਹ ਵਾਲੇ ਦਿਨ ਪਾਏ ਸੀ। ਮੈਂ ਤੈਨੂੰ ਆਪਣੀ ਸੁਹਾਗਣ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਹਾਂ ਤੇ ਮੇਰੇ ਆਉਣ 'ਤੇ ਘੁੰਡ ਕੱਢ ਕੇ ਬੈਠੀ। ਮੈਂ ਅੱਜ ਅਸਲ ਵਿੱਚ ਤੇਰਾ ਘੁੰਡ ਚੁੱਕਾਂਗਾ ਤੇ ਅੱਜ ਹੋਵੇਗੀ ਆਪਣੀ ਸੁਹਾਗ ਰਾਤ, ਅਸਲ ਸੁਹਾਗ ਰਾਤ। ਪ੍ਰੀਤ ਖੁਸ਼ੀ ਖੁਸ਼ੀ ਘਰ ਨੂੰ ਤੁਰ ਪਈ। ਧੰਨਵਾਦ ਦੋਸਤੋ।